ਸਾਡੇ ਅੱਜ ਦਾ ਟੌਪਿਕ ਹੈ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਭਾਰਤੀ ਇਤਿਹਾਸ ਉੱਤੇ ਪ੍ਰਭਾਵ। ਭੂਗੋਲ ਦਾ ਇਤਿਹਾਸ ਨਾਲ ਗੂੜ੍ਹਾ ਅਤੇ ਅਟੁੱਟ ਸੰਬੰਧ ਹੁੰਦਾ ਹੈ। ਭੂਗੋਲ ਹਰੇਕ ਦੇਸ਼ ਦੇ ਇਤਿਹਾਸ ਦਾ ਸਥਾਈ ਆਧਾਰ ਹੁੰਦਾ ਹੈ। ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਇਹ ਰਾਸ਼ਟਰ ਦੇ ਇਤਿਹਾਸਿਕ ਵਿਕਾਸ ਦੇ ਅਹਿਮ ਕਾਰਕਾਂ ਵਿੱਚੋਂ ਇੱਕ ਹੈ। ਰਿਚਰਡ ਹਕਲੂਇਤ ਦੇ ਕਥਨ ਅਨੁਸਾਰ ਭੂਗੋਲ ਅਤੇ ਕਾਲਕ੍ਰਮ ਵਿੱਦਿਆ ਸਾਰੇ ਇਤਿਹਾਸ ਦੇ ਸੂਰਜ ਅਤੇ ਚੰਨ, ਸੱਜੀ ਅੱਖ ਅਤੇ ਖੱਬੀ ਅੱਖ ਹਨ। ਪੁਰਾਤਨ ਕਾਲ ਵਿੱਚ ਤਾਂ ਮਨੁੱਖ ਦਾ ਇਤਿਹਾਸ ਬਹੁਤ ਹੱਦ ਤੱਕ ਭੂਗੋਲਿਕ ਅਵਸਥਾਵਾਂ ਉੱਤੇ ਨਿਰਭਰ ਰਿਹਾ ਸੀ। ਭੂਗੋਲ ਦੇ ਭਾਰਤੀ ਇਤਿਹਾਸ ਉੱਤੇ ਸਭ ਤੋਂ ਪਹਿਲਾਂ ਕੀ ਪ੍ਰਭਾਵ ਪਏ, ਇਸ ਸੰਬੰਧੀ ਅਸੀਂ ਰਾਜਨੀਤਿਕ ਖੇਤਰ ਵਿੱਚ ਪਏ ਪ੍ਰਭਾਵਾਂ ਬਾਰੇ ਗੱਲ ਕਰਾਂਗੇ। ਨੰਬਰ 1, ਭਾਰਤ ਦੀ ਮੌਲਿਕ ਏਕਤਾ। ਭੂਗੋਲਿਕ ਦ੍ਰਿਸ਼ਟੀ ਤੋਂ ਭਾਰਤ ਇੱਕ ਦੇਸ਼ ਹੈ। ਇੱਥੇ ਹਿਮਾਲਿਆ ਪਰਬਤ, ਬੰਗਾਲ ਦੀ ਖਾੜੀ, ਅਰਬ ਸਾਗਰ ਤੇ ਹਿੰਦ ਮਹਾਸਾਗਰ ਹਨ। ਇਸ ਪ੍ਰਕਾਰ ਪਹਾੜਾਂ ਅਤੇ ਸਮੁੰਦਰਾਂ ਦੇ ਵਿਚਕਾਰ ਕੁਦਰਤ ਨੇ ਭਾਰਤ ਨੂੰ ਇੱਕ ਦੇਸ਼ ਦਾ ਰੂਪ ਪ੍ਰਦਾਨ ਕੀਤਾ ਹੈ। ਭਿੰਨਤਾਵਾਂ ਦੇ ਹੁੰਦੇ ਹੋਏ ਵੀ ਰਾਜਨੀਤਿਕ ਤੇ ਸਾਂਸਕ੍ਰਿਤਿਕ ਏਕਤਾ ਇੱਥੇ ਰਹੀ ਹੈ। ਚੰਦਰਗੁਪਤ ਮੌਰੀਆ, ਅਸ਼ੋਕ, ਸਮੁੰਦਰਗੁਪਤ, ਚੰਦਰਗੁਪਤ, ਵਿਕਰਮਾਦਿੱਤਿਆ, ਹਰਸ਼ਵਰਧਨ, ਅਲਾਉਦੀਨ ਖਲਜੀ ਅਤੇ ਅਕਬਰ ਵਰਗੇ ਸ਼ਾਸਕਾਂ ਅਧੀਨ ਭਾਰਤ ਵਿੱਚ ਰਾਜਨੀਤਿਕ ਏਕਤਾ ਦੇ ਉੱਤਮ ਪ੍ਰਮਾਣ ਮਿਲਦੇ ਹਨ। ਦੂਸਰਾ ਪੁਆਇੰਟ ਹੈ ਭਾਰਤ ਦਾ ਉੱਤਰੀ ਏਸ਼ੀਆ ਤੋਂ ਅਲੱਗ ਹੋਣਾ। ਭਾਰਤ ਦੇ ਉੱਤਰ ਵਿੱਚ ਹਿਮਾਲਿਆ ਦੀਆਂ ਵਿਸ਼ਾਲ ਅਤੇ ਉੱਚੀਆਂ ਪਰਬਤ ਸ਼੍ਰੇਣੀਆਂ ਨੇ ਭਾਰਤ ਨੂੰ ਏਸ਼ੀਆ ਦੇ ਉੱਤਰੀ ਦੇਸ਼ਾਂ ਤੋਂ ਵੱਖ ਕਰ ਦਿੱਤਾ। ਇਨ੍ਹਾਂ ਪਹਾੜਾਂ ਦੇ ਦਰੇ 16,000 ਫੁੱਟ ਤੋਂ ਲੈ ਕੇ 17,000 ਫੁੱਟ ਦੀ ਉਚਾਈ ਤੱਕ ਹਨ ਅਤੇ ਆਮ ਤੌਰ 'ਤੇ ਬਰਫ਼ ਨਾਲ ਢਕੇ ਰਹਿੰਦੇ ਹਨ। ਇਸ ਲਈ ਇਹਨਾਂ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਹੈ। ਸਿੱਟੇ ਵਜੋਂ ਭਾਰਤ ਦਾ ਚੀਨ ਅਤੇ ਜਾਪਾਨ ਉੱਤਰੀ ਏਸ਼ੀਆ ਦੇ ਦੇਸ਼ਾਂ ਨਾਲ ਬਹੁਤ ਘੱਟ ਸੰਬੰਧ ਰਿਹਾ ਹੈ। ਭਾਰਤ ਦੀ 3 ਪਾਸਿਆਂ ਤੋਂ ਪ੍ਰਕਿਰਤਿਕ ਰੱਖਿਆ। ਭਾਰਤ ਦੀ ਭੂਗੋਲਿਕ ਸਥਿਤੀ ਨੇ 3 ਪਾਸਿਆਂ ਤੋਂ ਇਸ ਨੂੰ ਪ੍ਰਕਿਰਤਿਕ ਰੱਖਿਆ ਬਖਸ਼ੀ ਹੈ। ਉੱਤਰ ਵਿੱਚ 1500 ਮੀਲ ਲੰਮੀਆਂ ਤੇ 150 ਮੀਲ ਤੋਂ 200 ਮੀਲ ਤੱਕ ਚੌੜੀਆਂ ਹਿਮਾਲਿਆ ਪਰਬਤ ਦੀਆਂ ਸ਼੍ਰੇਣੀਆਂ ਹਨ। ਹਮਲਾਵਰਾਂ ਲਈ ਇਹਨਾਂ ਨੂੰ ਆਪਣੀਆਂ ਫੌਜਾਂ ਨਾਲ ਪਾਰ ਕਰਨਾ ਅਸੰਭਵ ਸੀ। ਇਸ ਲਈ ਵੱਖ-ਵੱਖ ਯੁੱਗਾਂ ਵਿੱਚ ਕੋਈ ਵੀ ਹਮਲਾਵਰ ਇਸ ਪਾਸਿਓਂ ਭਾਰਤ ਉੱਤੇ ਹਮਲਾ ਨਹੀਂ ਕਰ ਸਕਿਆ। ਸਪਸ਼ਟ ਹੈ ਹਿਮਾਲਿਆ ਪਰਬਤ ਨੇ ਸਦਾ ਭਾਰਤ ਦੀ ਰੱਖਿਆ ਕੀਤੀ ਹੈ। ਭਾਰਤ ਦੇ ਦੱਖਣ ਪੂਰਬ ਵਿੱਚ ਬੰਗਾਲ ਦੀ ਖਾੜੀ ਅਤੇ ਦੱਖਣ ਪੱਛਮ ਵਿੱਚ ਅਰਬ ਸਾਗਰ ਨੇ ਇਸ ਦੇਸ਼ ਦੀ ਰੱਖਿਆ ਕੀਤੀ। ਪੁਰਾਤਨ ਕਾਲ ਦੇ ਵਿੱਚ ਵਿਦੇਸ਼ੀ ਹਮਲਾਵਰਾਂ ਦੇ ਲਈ ਵੱਡੀਆਂ ਫੌਜਾਂ ਨਾਲ ਇਹਨਾਂ ਸਮੁੰਦਰਾਂ ਨੂੰ ਪਾਰ ਕਰਨਾ ਅਸੰਭਵ ਸੀ। ਇਸ ਲਈ ਰਿਗਵੈਦਿਕ ਕਾਲ ਤੋਂ ਲੈ ਕੇ 15ਵੀਂ ਸਦੀ ਈਸਵੀ ਦੇ ਅੰਤ ਤੱਕ ਭਾਰਤ ਉੱਤੇ ਕੋਈ ਵੀ ਸਮੁੰਦਰੀ ਹਮਲਾ ਨਹੀਂ ਹੋ ਸਕਿਆ। 1498 ਈਸਵੀ ਵਿੱਚ ਪੁਰਤਗਾਲੀ ਜਹਾਜ਼ਰਾਨ ਵਾਸਕੋ ਡੇ ਗਾਮਾ ਨੇ ਇਤਿਹਾਸ ਵਿੱਚ ਪਹਿਲੀ ਵਾਰ 3 ਸਮੁੰਦਰੀ ਜਹਾਜ਼ਾਂ ਨਾਲ ਕਾਲੀਕਟ ਵਿੱਚ
ਪ੍ਰਵੇਸ਼ ਕੀਤਾ ਸੀ। ਉੱਤਰ ਪੱਛਮ ਤੋਂ ਵਿਦੇਸ਼ੀ ਹਮਲਾਵਰਾਂ ਦਾ ਪ੍ਰਵੇਸ਼। ਭਾਰਤ ਦੇ ਉੱਤਰ ਪੱਛਮ ਵਿੱਚ ਖੈਬਰ, ਕੁਰਮ, ਟੋਚੀ, ਗੋਮਲ ਅਤੇ ਬੁਲਾਨ ਦਰੇ ਹਨ। ਇਹ ਦਰੇ ਨਾ ਤਾਂ ਜ਼ਿਆਦਾ ਉਚਾਈ 'ਤੇ ਸਥਿਤ ਹਨ ਅਤੇ ਨਾ ਹੀ ਬਰਫ਼ ਨਾਲ ਢਕੇ ਰਹਿੰਦੇ ਹਨ। ਇਹਨਾਂ ਨੂੰ ਪਾਰ ਕਰਨਾ ਕਠਿਨ ਕੰਮ ਨਹੀਂ ਹੈ। ਇਸ ਲਈ ਇਹ ਸਦਾ ਵਿਦੇਸ਼ੀ ਹਮਲਾਵਰਾਂ ਦੇ ਭਾਰਤ ਉੱਤੇ ਹਮਲਾ ਕਰਨ ਦੇ ਰਸਤੇ ਰਹੇ ਹਨ। ਪੁਰਾਤਨ ਕਾਲ ਤੋਂ 18ਵੀਂ ਸਦੀ ਤੱਕ ਯੂਰਪੀਅਨਾਂ ਨੂੰ ਛੱਡ ਕੇ ਦੂਜੇ ਸਾਰੇ ਹਮਲਾਵਰਾਂ ਨੇ ਇਹਨਾਂ ਦਰਿਆਂ ਰਾਹੀਂ ਹੀ ਭਾਰਤ ਉੱਤੇ ਹਮਲੇ ਕੀਤੇ। ਈਰਾਨੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣ, ਤੁਰਕਾਂ, ਮੁਗਲਾਂ ਅਤੇ ਦੁਰਾਨੀਆਂ ਨੇ ਇਹਨਾਂ ਦਰਿਆਂ ਨੂੰ ਪਾਰ ਕਰਕੇ ਭਾਰਤ ਵੱਲ ਚੜ੍ਹਾਈ ਕੀਤੀ ਸੀ। ਇਹਨਾਂ ਦੇ ਵਿੱਚੋਂ ਕੁਝ ਨੇ ਤਾਂ ਇੱਥੇ ਆਪਣੇ ਰਾਜ ਸਥਾਪਿਤ ਕਰ ਲਏ ਅਤੇ ਕਈਆਂ ਦੇ ਨੇਤਾ ਕੇਵਲ ਲੁੱਟ ਮਾਰ ਕਰਕੇ ਵਾਪਸ ਚਲੇ ਗਏ ਸਨ। ਪੰਜਵਾਂ, ਪੰਜਾਬ ਭਾਰਤ ਦੀਆਂ ਫੈਸਲਾਕੁਨ ਲੜਾਈਆਂ ਦਾ ਅਖਾੜਾ। ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤੱਕ ਭਾਰਤ ਵਿੱਚ ਹੋਈਆਂ ਆਰੰਭਕ ਅਤੇ ਫੈਸਲਾਕੁਨ ਲੜਾਈਆਂ ਦਾ ਅਖਾੜਾ ਰਿਹਾ ਹੈ। ਉੱਤਰ ਪੱਛਮੀ ਦਰਿਆ ਨੂੰ ਪਾਰ ਕਰਕੇ ਸਭ ਤੋਂ ਪਹਿਲਾਂ ਹਮਲਾਵਰ ਪੰਜਾਬ ਵਿੱਚ ਪ੍ਰਵੇਸ਼ ਕਰਦੇ ਅਤੇ ਉਹਨਾਂ ਨੂੰ ਭਾਰਤ ਉੱਤੇ ਜਿੱਤ ਪ੍ਰਾਪਤ ਕਰਨ ਲਈ ਪਹਿਲਾਂ ਇਸ ਭਾਰਤ ਦੇ ਦਰਵਾਜ਼ੇ ਭਾਵ ਪੰਜਾਬ ਵਿੱਚ ਲੜਾਈਆਂ ਕਰਨੀਆਂ ਪੈਂਦੀਆਂ ਸਨ। ਜਿਹੜੇ ਹਮਲਾਵਰ ਪੰਜਾਬ ਅਤੇ ਦਿੱਲੀ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਉਹ ਆਮ ਤੌਰ 'ਤੇ ਸਾਰੇ ਉੱਤਰੀ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰਨ ਵਿੱਚ ਸਫਲ ਹੋ ਜਾਂਦੇ। ਸਿਕੰਦਰ ਨੂੰ ਪੰਜਾਬ ਵਿੱਚ ਹੀ ਪੋਰਸ ਦੇ ਵਿਰੁੱਧ ਕਰੀ ਦੀ ਲੜਾਈ ਲੜਨੀ ਪਈ, ਪਰੰਤੂ ਉਹ ਅਜੇ ਦਿੱਲੀ ਤੋਂ ਬਹੁਤ ਦੂਰ ਬਿਆਸ ਨਦੀ ਤੱਕ ਹੀ ਪਹੁੰਚਿਆ ਜਦੋਂ ਕਿ ਉਹ ਵਾਪਸ ਚਲਾ ਗਿਆ। ਇਸ ਲਈ ਉਹ ਭਾਰਤ ਵਿੱਚ ਰਾਜ ਸਥਾਪਿਤ ਨਾ ਕਰ ਸਕਿਆ। ਚੰਦਰਗੁਪਤ ਮੌਰੀਆ ਨੇ ਆਪਣੀ ਜਿੱਤ ਯਾਤਰਾ ਪੰਜਾਬ ਤੋਂ ਹੀ ਆਰੰਭ ਕੀਤੀ ਅਤੇ ਉਹ ਭਾਰਤ ਵਿੱਚ ਵਿਸ਼ਾਲ ਮੌਰੀਆ ਸਾਮਰਾਜ ਸਥਾਪਿਤ ਕਰਨ ਵਿੱਚ ਸਫਲ ਹੋਇਆ। ਭਾਰਤੀ ਇਤਿਹਾਸ ਦੀਆਂ ਸਾਰੀਆਂ ਫੈਸਲਾਕੁਨ ਤੇ ਯੁੱਗ ਪਲਟਾਊ ਲੜਾਈਆਂ ਪੰਜਾਬ ਵਿੱਚ ਖਾਸ ਕਰਕੇ ਸਤਲੁਜ ਤੇ ਜਮਨਾ ਨਦੀ ਦੇ ਵਿਚਕਾਰ ਹੋਈਆਂ। 1191 ਈਸਵੀ ਅਤੇ 1192 ਈਸਵੀ ਵਿੱਚ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਵਿੱਚ ਤਰਾਇਨ ਦੇ ਸਥਾਨ 'ਤੇ 2 ਵਾਰੀ ਲੜਾਈ ਹੋਈ। ਦੂਜੀ ਲੜਾਈ ਵਿੱਚ ਆਪਣੀ ਜਿੱਤ ਦੇ ਨਤੀਜੇ ਵਜੋਂ ਮੁਹੰਮਦ ਗੌਰੀ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ ਅਤੇ ਭਾਰਤ ਵਿੱਚ ਮੁਸਲਿਮ ਰਾਜ ਦੀ ਨੀਂਹ ਰੱਖੀ। ਇਸੇ ਤਰ੍ਹਾਂ 1526 ਈਸਵੀ ਵਿੱਚ ਬਾਬਰ ਅਤੇ ਇਬਰਾਹਿਮ ਲੋਧੀ ਵਿੱਚ ਪਾਣੀਪਤ ਦੀ ਲੜਾਈ ਹੋਈ ਅਤੇ 1556 ਈਸਵੀ ਵਿੱਚ ਅਕਬਰ ਅਤੇ ਹੇਮੂ ਵਿੱਚ ਪਾਣੀਪਤ ਦੀ ਦੂਜੀ ਲੜਾਈ ਹੋਈ। ਇਹਨਾਂ ਲੜਾਈਆਂ ਦੇ ਨਤੀਜੇ ਵਜੋਂ ਭਾਰਤ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ ਗਈ। 1761 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਿਆਂ ਵਿੱਚ ਪਾਣੀਪਤ ਦੀ ਤੀਸਰੀ ਲੜਾਈ ਹੋਈ, ਜਿਸ ਕਰਕੇ ਭਾਰਤ ਵਿੱਚ ਮਰਾਠਾ ਸ਼ਕਤੀ ਨੂੰ ਬਹੁਤ ਵੱਡਾ ਧੱਕਾ ਲੱਗਿਆ ਅਤੇ ਉਹਨਾਂ ਦਾ ਪਤਨ ਆਰੰਭ ਹੋ ਗਿਆ। ਇਸ ਕਰਕੇ ਸਪਸ਼ਟ ਹੈ ਕਿ ਭਾਰਤੀ ਇਤਿਹਾਸ ਦੀਆਂ ਬਹੁਤ ਮਹੱਤਵਪੂਰਨ ਲੜਾਈਆਂ ਪੰਜਾਬ ਵਿੱਚ ਹੀ ਲੜੀਆਂ ਗਈਆਂ। 6ਵਾਂ ਪੁਆਇੰਟ ਹੈ ਵਿਦੇਸ਼ੀ ਹਮਲਾਵਰਾਂ ਲਈ ਆਕਰਸ਼ਣ ਦਾ ਸਾਧਨ।
ਗੰਗਾ ਅਤੇ ਸਿੰਧ ਦੇ ਮੈਦਾਨੀ ਖੇਤਰਾਂ ਦੀ ਉਪਜਾਊ ਧਰਤੀ ਅਤੇ ਇੱਥੋਂ ਦੀ ਧਨ ਦੌਲਤ ਵਿਦੇਸ਼ੀ ਹਮਲਾਵਰਾਂ ਲਈ ਸਦੀਆਂ ਤੱਕ ਆਕਰਸ਼ਣ ਦਾ ਸਾਧਨ ਬਣੀ ਰਹੀ। ਜਿਹੜੇ ਵਿਦੇਸ਼ੀ ਹਮਲਾਵਰ ਖੈਬਰ ਦਰੇ ਨੂੰ ਪਾਰ ਕਰਕੇ ਪੰਜਾਬ ਦੇ ਮੈਦਾਨੀ ਖੇਤਰ ਵਿੱਚ ਦਾਖਲ ਹੋਏ, ਉਹਨਾਂ ਨੂੰ ਇੱਥੇ ਕਾਫੀ ਮਾਤਰਾ ਵਿੱਚ ਅੰਨ ਅਤੇ ਧਨ ਦੌਲਤ ਪ੍ਰਾਪਤ ਹੋਇਆ। ਸਿੱਟੇ ਵਜੋਂ ਤੁਰਕ ਹਮਲਾਵਰ ਮਹਿਮੂਦ ਗਜ਼ਨਵੀ ਨੇ ਇਸ ਖੇਤਰ ਦੀ ਅਸੀਮ ਦੌਲਤ ਨੂੰ ਪ੍ਰਾਪਤ ਕਰਨ ਦੇ ਲਾਲਚ ਨਾਲ ਇੱਥੇ 17 ਹਮਲੇ ਕੀਤੇ ਸਨ। ਉੱਤਰੀ ਭਾਰਤ ਵਿੱਚ ਸਾਮਰਾਜਾਂ ਦਾ ਉਥਾਨ। ਉੱਤਰੀ ਭਾਰਤ ਜਾਂ ਗੰਗਾ ਤੇ ਸਿੰਧ ਦਾ ਮੈਦਾਨ ਸੰਸਾਰ ਦੇ ਸਭ ਤੋਂ ਅਧਿਕ ਖੁਸ਼ਹਾਲ ਪ੍ਰਦੇਸ਼ਾਂ ਵਿੱਚੋਂ ਹੈ। ਇੱਥੋਂ ਦੀ ਧਰਤੀ ਅਤਿਅੰਤ ਉਪਜਾਊ ਅਤੇ ਜਲਵਾਯੂ ਸਿਹਤ ਲਈ ਬਹੁਤ ਅਨੁਕੂਲ ਹੈ। ਇਸ ਲਈ ਇੱਥੇ ਭਿੰਨ-ਭਿੰਨ ਯੁੱਗਾਂ ਵਿੱਚ ਵਿਸ਼ਾਲ ਅਤੇ ਧਨਾਢ ਸਾਮਰਾਜ ਸਥਾਪਿਤ ਹੋਏ, ਜਿਵੇਂ ਮੌਰੀਆ ਸਾਮਰਾਜ, ਗੁਪਤ ਸਾਮਰਾਜ, ਵਰਧਨ ਸਾਮਰਾਜ, ਦਿੱਲੀ ਸਲਤਨਤ, ਮੁਗਲ ਸਾਮਰਾਜ। ਚੰਦਰਗੁਪਤ ਮੌਰੀਆ, ਅਸ਼ੋਕ, ਸਮੁੰਦਰਗੁਪਤ, ਵਿਕਰਮਾਦਿੱਤਯ, ਹਰਸ਼ਵਰਧਨ, ਅਲਾਉਦੀਨ ਖਲਜੀ ਤੇ ਅਕਬਰ ਵਰਗੇ ਸਮਰਾਟਾਂ ਦੀ ਮਹਾਨਤਾ ਵਾਸਤਵ ਵਿੱਚ ਇਸ ਧਨਾਢ ਪ੍ਰਦੇਸ਼ ਦੇ ਹੀ ਕਾਰਨ ਸੀ। ਦਿੱਲੀ ਭਾਰਤ ਦੀ ਰਾਜਧਾਨੀ। ਦਿੱਲੀ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਭਾਰਤ ਵਰਸ਼ ਦੀ ਸਭ ਤੋਂ ਉਚਿਤ ਰਾਜਧਾਨੀ ਰਹੀ ਹੈ। ਇਹ ਉੱਤਰੀ ਭਾਰਤ ਦੇ ਕੇਂਦਰ ਵਿੱਚ ਸਥਿਤ ਹੈ। ਇੱਥੇ ਹੀ ਭਿੰਨ-ਭਿੰਨ ਯੁੱਗਾਂ ਵਿੱਚ ਰਾਜਾਂ ਦਾ ਨਿਰਮਾਣ ਅਤੇ ਪਤਨ ਹੋਇਆ। ਪ੍ਰਾਚੀਨ ਕਾਲ ਵਿੱਚ ਦਿੱਲੀ ਨੂੰ ਇੰਦਰਪ੍ਰਸਥ ਕਿਹਾ ਜਾਂਦਾ ਸੀ ਅਤੇ ਇਹ ਬੀਰ ਕਾਲ ਵਿੱਚ ਭਾਰਤ ਦੇ ਇੱਕ ਪ੍ਰਸਿੱਧ ਰਾਜ ਦੀ ਰਾਜਧਾਨੀ ਸੀ। ਮੌਰੀਆ ਸਾਮਰਾਜ, ਗੁਪਤ ਸਾਮਰਾਜ ਦੀ ਰਾਜਧਾਨੀ ਪਾਟਲੀਪੁੱਤਰ ਸੀ, ਜਿਹੜੀ ਭਾਰਤ ਦੇ ਕੇਂਦਰ ਵਿੱਚ ਨਹੀਂ ਸੀ। ਇਹ ਮੌਰੀਆ ਸਮਰਾਟਾਂ ਤੇ ਗੁਪਤ ਸਮਰਾਟਾਂ ਦੀ ਇੱਕ ਭੁੱਲ ਮੰਨੀ ਜਾਂਦੀ ਹੈ ਕਿ ਉਹਨਾਂ ਨੇ ਦਿੱਲੀ ਜਾਂ ਦਿੱਲੀ ਦੇ ਨਜ਼ਦੀਕ ਆਪਣੀ ਰਾਜਧਾਨੀ ਨਹੀਂ ਬਣਾਈ। ਇਲਤੁਤਮਿਸ ਦੇ ਸਮੇਂ ਤੋਂ ਸਾਰੇ ਮੁਸਲਮਾਨ ਹਾਕਮਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ, ਜਿਸ ਕਰਕੇ ਮੁਸਲਿਮ ਸਾਮਰਾਜ ਨੂੰ ਦਿੱਲੀ ਸਲਤਨਤ ਹੀ ਕਿਹਾ ਗਿਆ। ਮੁਹੰਮਦ ਤੁਗਲਕ ਨੇ ਕੁਝ ਸਮੇਂ ਲਈ ਦਿੱਲੀ ਦੀ ਥਾਂ ਦੇਵਗਿਰੀ ਨੂੰ ਆਪਣੀ ਰਾਜਧਾਨੀ ਬਣਾਇਆ, ਪਰੰਤੂ ਉਸ ਦਾ ਇਹ ਪ੍ਰਯੋਗ ਅਸਫਲ ਰਿਹਾ। ਮੁਗਲ ਸਮਰਾਟਾਂ ਨੇ ਦਿੱਲੀ ਜਾਂ ਦਿੱਲੀ ਦੇ ਨਜ਼ਦੀਕ ਆਗਰੇ ਨੂੰ ਆਪਣੀ ਰਾਜਧਾਨੀ ਬਣਾਇਆ। ਅੰਗਰੇਜ਼ਾਂ ਨੇ 1911 ਈਸਵੀ ਤੋਂ ਬਾਅਦ ਕੈਲਕਟਾ ਦੀ ਥਾਂ ਤੇ ਦਿੱਲੀ ਨੂੰ ਰਾਜਧਾਨੀ ਬਣਾਇਆ ਤੇ ਅੱਜ ਵੀ ਦਿੱਲੀ ਭਾਰਤ ਦੀ ਰਾਜਧਾਨੀ ਹੈ। ਉੱਤਰ ਪੱਛਮੀ ਸੀਮਾ ਦੀ ਸਮੱਸਿਆ। ਭਾਰਤੀ ਸ਼ਾਸਕਾਂ ਲਈ ਭਿੰਨ-ਭਿੰਨ ਯੁੱਗਾਂ ਵਿੱਚ ਉੱਤਰ ਪੱਛਮੀ ਸੀਮਾ ਦੀ ਸਮੱਸਿਆ ਇੱਕ ਬਹੁਤ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਰਹੀ ਹੈ। ਅਸਲ ਦੇ ਵਿੱਚ ਇਸ ਦੇ ਦੋ ਮੁੱਖ ਭੂਗੋਲਿਕ ਕਾਰਨ ਸਨ। ਪਹਿਲਾ, ਉੱਤਰ ਪੱਛਮ ਵਿੱਚ ਸਥਿਤ ਦਰਿਆਂ ਤੋਂ ਹੀ ਸਾਰੇ ਵਿਦੇਸ਼ੀ ਹਮਲਾਵਰ ਭਾਰਤ ਵਿੱਚ ਪ੍ਰਵੇਸ਼ ਕਰਦੇ ਸਨ। ਦੂਸਰਾ, ਇਸ ਪਹਾੜੀ ਪ੍ਰਦੇਸ਼ ਵਿੱਚ ਜੀਵਨ ਨਿਰਵਾਹ ਦੇ ਕਾਫੀ ਸਾਧਨ ਨਾ ਹੋਣ ਕਾਰਨ ਉੱਥੋਂ ਦੇ ਕਬੀਲਿਆਂ ਦੀ ਲੁੱਟ-ਮਾਰ ਕਰਨ ਦੀ ਆਦਤ ਬਣ ਗਈ ਸੀ। ਇਸ ਲਈ ਭਾਰਤ ਵਿੱਚ ਸਥਾਪਿਤ ਹੋਣ ਵਾਲੇ ਸਾਮਰਾਜਾਂ ਨੂੰ ਸਦਾ ਹੀ ਉੱਤਰ ਪੱਛਮੀ ਸੀਮਾ ਤੋਂ ਖਤਰਾ ਰਹਿੰਦਾ ਸੀ। ਕਿਸੇ ਵੀ ਭਾਰਤੀ ਸ਼ਾਸਕ ਦੀ ਸਫਲਤਾ ਅਤੇ ਉਸ ਦੇ ਸਾਮਰਾਜ ਦੀ ਸੁਰੱਖਿਆ ਉਸ ਦੀ
ਉੱਤਰ ਪੱਛਮੀ ਸੀਮਾ ਦੀ ਨੀਤੀ ਦੀ ਸਫਲਤਾ ਉੱਤੇ ਨਿਰਭਰ ਰਹੀ ਹੈ। ਜਦੋਂ ਵੀ ਸ਼ਾਸਕਾਂ ਦੀ ਉੱਤਰ ਪੱਛਮੀ ਖੇਤਰ ਉੱਤੇ ਪਕੜ ਕਮਜ਼ੋਰ ਹੋ ਗਈ ਤਾਂ ਉਹਨਾਂ ਦੇ ਸਾਮਰਾਜ ਵੀ ਖੇਰੂ ਖੇਰੂ ਹੋ ਕੇ ਲੋਪ ਹੋ ਗਏ ਸਨ। ਦੱਖਣੀ ਭਾਰਤ ਦਾ ਉੱਤਰੀ ਭਾਰਤ ਤੋਂ ਅੱਡ ਹੋਣਾ। ਵਿੰਧਿਆਚਲ ਅਤੇ ਸਤਪੁੜਾ ਦੀਆਂ ਪਰਬਤ ਸ਼੍ਰੇਣੀਆਂ ਨੇ ਭਾਰਤ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ, ਉੱਤਰੀ ਭਾਰਤ ਅਤੇ ਦੱਖਣੀ ਭਾਰਤ। ਦੱਖਣੀ ਭਾਰਤ ਦਾ ਇਤਿਹਾਸ ਆਮ ਤੌਰ 'ਤੇ ਉੱਤਰੀ ਭਾਰਤ ਤੋਂ ਅਲੱਗ ਰਿਹਾ। ਦੱਖਣੀ ਪਠਾਰ ਦੀ ਭੂਮੀ ਪਥਰੀਲੀ ਹੋਣ ਕਾਰਨ ਜ਼ਿਆਦਾ ਉਪਜਾਊ ਨਹੀਂ ਸੀ ਅਤੇ ਪਠਾਰ ਦਾ ਅਧਿਕਤਰ ਹਿੱਸਾ ਜੰਗਲਾਂ ਅਤੇ ਪਰਬਤ ਸ਼੍ਰੇਣੀਆਂ ਨਾਲ ਘਿਰਿਆ ਹੋਇਆ ਸੀ। ਇਸੇ ਕਰਕੇ ਇਹ ਖੇਤਰ ਵਿਦੇਸ਼ੀ ਹਮਲਾਵਰਾਂ ਨੂੰ ਆਕਰਸ਼ਿਤ ਨਾ ਕਰ ਸਕਿਆ। ਇਸ ਖੇਤਰ ਨੇ ਉੱਤਰੀ ਭਾਰਤ ਦੇ ਵਿਦੇਸ਼ੀਆਂ ਤੋਂ ਹਾਰ ਜਾਣ ਵਾਲੇ ਸ਼ਾਸਕਾਂ ਨੂੰ ਸ਼ਰਨ ਲਈ ਉਚਿਤ ਤੇ ਸੁਰੱਖਿਅਤ ਸਥਾਨ ਪ੍ਰਦਾਨ ਕੀਤੇ। ਵੱਖ-ਵੱਖ ਯੁੱਗਾਂ ਦੇ ਵਿੱਚ ਦੱਖਣੀ ਭਾਰਤ ਦੇ ਲੋਕਾਂ ਦਾ ਭੋਜਨ, ਵਸਤਰ, ਭਾਸ਼ਾ, ਰੀਤੀ ਰਿਵਾਜ ਉੱਤਰੀ ਭਾਰਤ ਦੇ ਲੋਕਾਂ ਤੋਂ ਵੱਖਰੇ ਰਹੇ ਹਨ। ਭਾਰਤ ਵਿੱਚ ਰਾਜਨੀਤਿਕ ਏਕਤਾ ਦੀ ਘਾਟ। ਭਾਰਤ ਦੇ ਇਤਿਹਾਸ ਵਿੱਚ ਸਮੇਂ-ਸਮੇਂ 'ਤੇ ਰਾਜਨੀਤਿਕ ਏਕਤਾ ਦੀ ਘਾਟ ਰਹੀ ਹੈ। ਇਸ ਦਾ ਮੁੱਖ ਕਾਰਨ ਵੀ ਇੱਥੋਂ ਦੀਆਂ ਭੂਗੋਲਿਕ ਪਰਿਸਥਿਤੀਆਂ ਹਨ। ਇਸ ਵਿਸ਼ਾਲ ਦੇਸ਼ ਵਿੱਚ ਉੱਚੇ-ਉੱਚੇ ਪਹਾੜ, ਲੰਬੇ ਚੌੜੇ ਜੰਗਲ, ਰੇਗਿਸਤਾਨ ਤੇ ਬਹੁਤ ਅਧਿਕ ਸੰਖਿਆ ਵਿੱਚ ਨਦੀਆਂ ਹਨ। ਇਸ ਲਈ ਇੱਥੇ ਰਾਜਨੀਤਿਕ ਏਕਤਾ ਦਾ ਹੋਣਾ ਕਠਿਨ ਰਿਹਾ ਹੈ। ਇਹ ਠੀਕ ਹੈ ਕਿ ਚੰਦਰਗੁਪਤ ਮੌਰੀਆ, ਸਮੁੰਦਰਗੁਪਤ, ਅਲਾਉਦੀਨ ਖਲਜੀ ਤੇ ਅਕਬਰ ਵਰਗੇ ਮਹਾਨ ਜੇਤੂ ਆਪਣੇ ਅਣਥੱਕ ਤੇ ਜੀਵਨ ਭਰ ਦੇ ਯਤਨਾਂ ਵਜੋਂ ਭਾਰਤ ਦੇ ਬਹੁਤ ਵੱਡੇ ਭਾਗ ਉੱਤੇ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਹੋਏ ਅਤੇ ਉਹਨਾਂ ਨੇ ਵਿਸ਼ਾਲ ਸਾਮਰਾਜਾਂ ਦਾ ਨਿਰਮਾਣ ਕੀਤਾ। ਪਰੰਤੂ ਆਮ ਤੌਰ 'ਤੇ ਵੱਖ-ਵੱਖ ਯੁੱਗਾਂ ਵਿੱਚ ਭਾਰਤ ਅਣਗਿਣਤ ਰਾਜਾਂ ਵਿੱਚ ਵੰਡਿਆ ਰਿਹਾ ਹੈ। ਭਾਰਤ ਦਾ ਦੱਖਣ ਪੂਰਬੀ ਦੇਸ਼ਾਂ ਨਾਲ ਡੂੰਘਾ ਸੰਬੰਧ। ਪੁਰਾਤਨ ਕਾਲ ਵਿੱਚ ਭਾਰਤ ਦਾ ਦੱਖਣ ਪੂਰਬੀ ਦੇਸ਼ਾਂ ਨਾਲ ਡੂੰਘਾ ਸੰਬੰਧ ਸੀ। ਇਹ ਵੀ ਭਾਰਤ ਅਤੇ ਇਹਨਾਂ ਦੇਸ਼ਾਂ ਦੀ ਭੂਗੋਲਿਕ ਸਥਿਤੀ ਦਾ ਹੀ ਨਤੀਜਾ ਸੀ। ਲੰਕਾ, ਬਰਮਾ, ਜਾਵਾ, ਸੁਮਾਤਰਾ, ਕੰਬੋਡੀਆ, ਚੰਪਾ, ਬਾਲੀ ਇਹ ਦੇਸ਼ ਸਨ ਜਿਹੜੇ ਭੂਗੋਲਿਕ ਦ੍ਰਿਸ਼ਟੀ ਤੋਂ ਭਾਰਤ ਦੇ ਬਹੁਤ ਨਜ਼ਦੀਕ ਸਨ। ਇਸ ਲਈ ਪੁਰਾਤਨ ਕਾਲ ਵਿੱਚ ਸਮੇਂ-ਸਮੇਂ 'ਤੇ ਭਾਰਤ ਦੇ ਵੀਰ ਯੋਧਾ, ਉਤਸ਼ਾਹੀ ਪ੍ਰਚਾਰਕ ਅਤੇ ਮਿਹਨਤੀ ਵਪਾਰੀ ਇਹਨਾਂ ਦੇਸ਼ਾਂ ਵਿੱਚ ਗਏ ਅਤੇ ਉਹਨਾਂ ਨੇ ਉੱਥੇ ਭਾਰਤੀ ਸੱਭਿਅਤਾ ਤੇ ਸੰਸਕ੍ਰਿਤੀ ਦਾ ਪ੍ਰਚਾਰ ਕੀਤਾ। ਅਗਲਾ ਪੁਆਇੰਟ ਹੈ ਸੁਤੰਤਰ ਰਾਜਪੂਤ ਰਾਜਾਂ ਦੀ ਹੋਂਦ। ਉੱਤਰੀ ਭਾਰਤ ਦੇ ਦੱਖਣ ਪੱਛਮੀ ਪ੍ਰਦੇਸ਼ਾਂ ਨੂੰ ਰਾਜਪੂਤਾਨਾ ਜਾਂ ਅਯੋਕਾ ਰਾਜਸਥਾਨ ਕਿਹਾ ਜਾਂਦਾ ਹੈ। ਇੱਥੇ ਵਿਸ਼ਾਲ ਮਾਰੂਥਲ ਸਨ, ਜ਼ਮੀਨ ਰੇਤਲੀ ਤੇ ਕੁਝ ਹਿੱਸਾ ਪਹਾੜੀ ਖੇਤਰ ਵੀ ਸੀ। ਇੱਥੇ ਪਾਣੀ, ਅਨਾਜ, ਪਸ਼ੂਆਂ ਦੇ ਲਈ ਚਾਰੇ ਦੀ ਆਮ ਤੌਰ 'ਤੇ ਕਮੀ ਰਹੀ ਸੀ। ਪ੍ਰਾਚੀਨ ਕਾਲ ਵਿੱਚ ਰਾਜਪੂਤਾਂ ਨੇ ਇਸ ਖੇਤਰ ਵਿੱਚ ਸੁਤੰਤਰ ਰਾਜ ਕਾਇਮ ਕਰ ਲਏ ਸਨ, ਪਰੰਤੂ ਵਿਦੇਸ਼ੀ ਹਮਲਾਵਰਾਂ ਲਈ ਇਹਨਾਂ ਰਾਜਾਂ ਦੇ ਇਲਾਕਿਆਂ ਨੂੰ ਸਥਾਈ ਰੂਪ ਵਿੱਚ ਫਤਿਹ ਕਰਨਾ ਸੰਭਵ ਨਾ ਹੋ ਸਕਿਆ। ਨਤੀਜੇ ਵਜੋਂ ਸੁਤੰਤਰ ਰਾਜਪੂਤ ਰਾਜਾਂ ਦੀ ਹੋਂਦ ਕਾਇਮ ਰਹਿ ਗਈ। ਪਹਾੜਾਂ ਅਤੇ ਜੰਗਲਾਂ ਦਾ ਪ੍ਰਭਾਵ। ਭਾਰਤ ਦੇ ਪਹਾੜਾਂ
ਅਤੇ ਜੰਗਲਾਂ ਨੇ ਵੀ ਇੱਥੋਂ ਦੇ ਇਤਿਹਾਸ ਉੱਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਮੁਗਲ ਸਮਰਾਟ ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਜਦੋਂ ਗੁਰੂ ਸਾਹਿਬ ਵਿਰੁੱਧ ਮੁਹਿੰਮਾਂ ਭੇਜੀਆਂ ਗਈਆਂ ਤਾਂ ਉਹਨਾਂ ਨੇ ਮਾਛੀਵਾੜਾ ਦੇ ਜੰਗਲ ਵਿੱਚ ਜਾ ਕੇ ਮੁਗਲਾਂ ਦੀਆਂ ਚਾਲਾਂ ਨੂੰ ਅਸਫਲ ਬਣਾ ਦਿੱਤਾ। 1716 ਈਸਵੀ ਵਿੱਚ ਬੰਦਾ ਬਹਾਦਰ ਦੀ ਮੌਤ ਪਿੱਛੋਂ ਜਦੋਂ ਸਿੱਖਾਂ ਉੱਤੇ ਘੋਰ ਅਤਿਆਚਾਰ ਹੋਣ ਲੱਗੇ ਤਾਂ ਉਹਨਾਂ ਨੇ ਪਹਾੜਾਂ ਤੇ ਜੰਗਲਾਂ ਦਾ ਸਹਾਰਾ ਲੈ ਕੇ ਦੁਸ਼ਮਣ ਦੇ ਵਿਰੁੱਧ ਗੁਰੀਲਾ ਯੁੱਧ ਪ੍ਰਣਾਲੀ ਅਪਣਾਈ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਵਿਰੋਧ ਵੀ ਉਹਨਾਂ ਨੇ ਇਸੇ ਪ੍ਰਣਾਲੀ ਦੁਆਰਾ ਕੀਤਾ। ਇਸੇ ਤਰ੍ਹਾਂ ਜੇ ਦੂਜੇ ਪਾਸੇ ਦੇਖਿਆ ਜਾਵੇ, ਮਹਾਰਾਸ਼ਟਰ ਵਿੱਚ ਮਰਾਠਾ ਸਰਦਾਰ ਸ਼ਿਵਾਜੀ ਆਪਣੇ ਪ੍ਰਦੇਸ਼ ਦੇ ਪਹਾੜਾਂ ਅਤੇ ਪ੍ਰਕਿਰਤਿਕ ਕਿਲ੍ਹਿਆਂ ਦੇ ਕਾਰਨ ਹੀ ਮੁਗਲਾਂ ਦਾ ਸਫਲਤਾਪੂਰਵਕ ਵਿਰੋਧ ਕਰ ਸਕਿਆ ਸੀ। ਨਦੀਆਂ ਦਾ ਪ੍ਰਭਾਵ। ਉੱਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਬਹੁਤ ਸੰਖਿਆ ਵਿੱਚ ਨਦੀਆਂ ਵਹਿੰਦੀਆਂ ਹਨ ਅਤੇ ਇਹਨਾਂ ਨਦੀਆਂ ਨੇ ਵੀ ਵੱਖ-ਵੱਖ ਯੁੱਗਾਂ ਵਿੱਚ ਭਾਰਤੀ ਇਤਿਹਾਸ ਉੱਤੇ ਕੋਈ ਘੱਟ ਪ੍ਰਭਾਵ ਨਹੀਂ ਪਾਇਆ। ਸਭ ਤੋਂ ਪਹਿਲਾਂ ਤਾਂ ਇਹਨਾਂ ਨਦੀਆਂ ਨੇ ਕਈ ਵਾਰ ਵਿਦੇਸ਼ੀ ਹਮਲਾਵਰਾਂ ਨੂੰ ਅੱਗੇ ਵਧਣ ਤੋਂ ਰੋਕ ਕੇ ਦੇਸ਼ ਦੀ ਰੱਖਿਆ ਦਾ ਕੰਮ ਕੀਤਾ ਹੈ। ਐਗਜ਼ਾਮਪਲ ਦੇ ਤੌਰ 'ਤੇ ਜਦੋਂ ਸਿਕੰਦਰ ਨੇ 326 ਈਸਵੀ ਪੂਰਵ ਵਿੱਚ ਭਾਰਤ ਉੱਤੇ ਹਮਲਾ ਕੀਤਾ ਅਤੇ ਉਹ ਉੱਤਰ ਪੱਛਮ ਦੇ ਪ੍ਰਦੇਸ਼ ਉੱਤੇ ਜਿੱਤ ਪ੍ਰਾਪਤ ਕਰਕੇ ਬਿਆਸ ਦਰਿਆ ਤੱਕ ਆ ਪਹੁੰਚਿਆ ਤਾਂ ਉਸ ਸਮੇਂ ਬਿਆਸ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਇਸ ਲਈ ਉਸ ਨੂੰ ਅੱਗੇ ਵਧਣ ਦੀ ਥਾਂ ਇੱਥੋਂ ਹੀ ਵਾਪਸ ਜਾਣਾ ਪਿਆ। ਦੂਸਰਾ, ਇਹਨਾਂ ਨਦੀਆਂ ਕਾਰਨ ਹਮਲਾਵਰਾਂ ਦੇ ਅੱਗੇ ਵਧਣ ਦਾ ਰਸਤਾ ਨਿਸ਼ਚਿਤ ਹੁੰਦਾ ਸੀ। ਉਹ ਹਮਲਾਵਰ ਆਮ ਤੌਰ 'ਤੇ ਉਸ ਪਾਸਿਓਂ ਅੱਗੇ ਵਧਦੇ ਸਨ ਜਿੱਥੇ ਨਦੀਆਂ ਤੰਗ ਹੁੰਦੀਆਂ ਸਨ ਅਤੇ ਉਹਨਾਂ ਨੂੰ ਨਦੀ ਪਾਰ ਕਰਨਾ ਕਠਿਨ ਨਹੀਂ ਹੁੰਦਾ ਸੀ। ਤੀਸਰਾ, ਉੱਤਰੀ ਭਾਰਤ ਦੇ ਸਮਤਲ ਪ੍ਰਦੇਸ਼ ਵਿੱਚ ਹੌਲੀ-ਹੌਲੀ ਚੱਲਣ ਵਾਲੀਆਂ ਨਦੀਆਂ ਨੇ ਇੱਥੋਂ ਦੀ ਧਰਤੀ ਨੂੰ ਬਹੁਤ ਉਪਜਾਊ ਬਣਾ ਦਿੱਤਾ, ਜਿਸ ਦੇ ਸਿੱਟੇ ਵਜੋਂ ਭਾਰਤ ਦੀ ਹਰੇਕ ਸਰਕਾਰ ਨੂੰ ਕਾਫੀ ਮਾਤਰਾ ਵਿੱਚ ਆਮਦਨ ਦੇ ਸਾਧਨਾਂ ਦੀ ਪ੍ਰਾਪਤੀ ਹੁੰਦੀ ਰਹੀ। ਚੌਥਾ ਸੀ, ਭਾਰਤ ਦੀਆਂ ਨਦੀਆਂ ਪ੍ਰਾਂਤਾਂ, ਸਰਕਾਰਾਂ ਅਤੇ ਪਰਗਨਿਆਂ ਆਦਿ ਦੀਆਂ ਸੀਮਾਵਾਂ ਨਿਸ਼ਚਿਤ ਕਰਨ ਵਿੱਚ ਵੀ ਸਹਾਇਕ ਸਿੱਧ ਹੁੰਦੀਆਂ ਰਹੀਆਂ ਹਨ। ਇਹ ਸੀ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਰਾਜਨੀਤਿਕ ਖੇਤਰ ਦੇ ਵਿੱਚ ਪ੍ਰਭਾਵ।